ਜਿਹੜੀ ਲਾਸਟ ਗਵਰਨਮੈਂਟ ਦੀ ਫਾਰਮਰਸ ਯੂਨੀਅਨਸ ਦੇ ਨਾਲ ਮੀਟਿੰਗ ਹੋਈ ਹੈ 18 ਮਿੰਟ ਐਗਰੀਕਲਚਰ ਮਿਨਿਸਟਰ ਨਾਲ ਰਿਹਾ ਤੇ 18 ਮਿੰਟ ਤੋਂ ਬਾਅਦ ਉਹ ਉੱਠ ਕੇ ਚਲਾ ਗਿਆ ਤੇ ਜਿਹੜੀ ਉਸ ਦਿਨ ਉਹਨੇ ਬੋਲੀ ਹੈ ਫਾਰਮਰਸ ਨੂੰ ਉਹਨਾਂ ਨੂੰ ਸਮਝ ਜਾਣਾ ਚਾਹੀਦਾ ਸੀ ਕਿ ਗਵਰਨਮੈਂਟ ਕੁਝ ਪਲਾਨ ਕਰ ਰਹੀ ਇਹ ਗੱਲ ਸਾਡੇ ਵਾਲੇ ਪਾਸੇ ਕਿਸਾਨ ਅੰਦੋਲਨ ਦੇ ਜਿਹੜੇ ਸੰਚਾਲਕ ਨੇ ਉਹ ਭੁੱਲ ਗਏ ਕਿ ਅਮਿਤ ਸ਼ਾਹ ਬੈਠਾ ਹੈ ਔਰ ਹੀ ਇਜ਼ ਅ ਗੇਮ ਪਲਾਨਰ ਉਹ ਕੁਛ ਨਾ ਕੁਛ ਐਸੀ ਡਰਟੀ ਗੇਮ ਖੇਲੇਗਾ ਜਿਹਦੇ ਨਾਲ ਜੋ ਅਸੀਂ ਸੋਚਿਆ ਉਹ ਨਹੀਂ ਹੋਏਗਾ ਤੇ ਕੁਝ ਉਹ ਹੋ ਜਾਏਗਾ ਜੋ ਅਸੀਂ ਸੋਚਿਆ ਨਹੀਂ ਹੋਏਗਾ। ਥਰਡ ਤੋਂ ਬਾਅਦ ਜੋ ਹੁਣ ਆਈ ਵਿਟਨੈਸ ਕੀ ਕਹਿ ਰਹੇ ਨੇ ਥਰਡ ਤੋਂ ਬਾਅਦ ਅੱਗੇ ਕੁਝ ਮੋਟਰਸਾਈਕਲ ਵਾਲੇ ਖੜੇ ਨੇ ਸਰਦਾਰ ਨੇ ਮੋਟਰਸਾਈਕਲ ਵਾਲੇ ਨੇ ਦਿੱਲੀ ਨੰਬਰ ਦੇ ਨੇ ਤੇ ਸਾਡੇ ਟਰੈਕਟਰ ਦੇ ਨਾਲ ਪੰਜਾਬ ਦੇ ਵੀ ਬਹੁਤ ਸਾਰੇ ਮੋਟਰਸਾਈਕਲ ਨੇ ਪੰਜਾਬ ਵਾਲੇ ਮੋਟਰਸਾਈਕਲ ਉੱਥੋਂ ਨਿਕਲ ਕੇ ਸਾਡੇ ਪਿੱਛੋਂ ਉਦੋਂ ਤੱਕ ਸਾਡੇ ਪਿੱਛੇ ਸੀ ਉੱਥੋਂ ਨਿਕਲ ਕੇ ਜਿਹੜੇ ਅੱਗੇ ਖੜੇ ਮੋਟਰਸਾਈਕਲ ਉਹਨਾਂ ਨੂੰ ਉਹ ਜੁਆਇਨ ਕਰ ਲੈਂਦੇ ਨੇ ਤੇ ਉਹ ਮੋਟਰਸਾਈਕਲਾਂ ਦਾ ਕਾਫਲਾ ਸਾਨੂੰ ਲੀਡ ਕਰਨ ਲੱਗ ਪੈਂਦਾ ਜਦੋਂ ਉਹ ਚੱਲਦਾ ਜਾਂਦਾ ਤੇ ਗੁਰਦੁਆਰਾ ਮਜਨੂ ਟਿੱਲਾ ਆਉਂਦਾ ਤੇ ਉੱਥੇ ਜਦੋਂ ਸਤਨਾਮ ਸਿੰਘ ਪੰਨੂ ਦਾ ਕਿਉਂਕਿ ਇਹ ਲੀਡ ਰੋਲ ਸੀਗਾ ਉਹ ਮੁੜਨ ਲੱਗਦੇ ਨੇ ਤੇ ਲੱਖਾ ਸਿਧਾਣਾ ਵੀ ਉਹਨਾਂ ਦੇ ਨਾਲ ਸੀਗੇ ਜਦੋਂ ਮੁੜਨ ਲੱਗਦੇ ਨੇ ਤੇ ਨੌਜਵਾਨ ਕਹਿੰਦੇ ਨੇ ਮੁੜਨਾ ਨਹੀਂ ਅੱਗੇ ਚੱਲਣਾ ਹੈ ਪਰ ਇੱਥੇ ਮੈਂ ਇੱਕ ਗੱਲ ਕਲੀਅਰ ਕਰ ਦਿਆਂ ਕਿ ਨੌਜਵਾਨਾਂ ਕੋਲ ਉਦੋਂ ਤੱਕ ਵੀ ਲਾਲ ਕਿਲੇ ਦਾ ਟੀਚਾ ਨਹੀਂ ਸੀ ਹੈਗਾ ਹੁਣ ਉੱਥੇ ਕੇਵਲ ਨੌਜਵਾਨ ਗਿਆ ਕੋਈ ਆਗੂ ਨਹੀਂ ਗਿਆ ਕੋਈ ਲੀਡਰ ਨਹੀਂ ਗਿਆ ਈਵਨ ਜਿੰਨੇ ਸਤਨਾਮ ਸਿੰਘ ਪੰਨੂ ਜਿਹਦਾ ਉਹ ਜਥਾ ਸੀ ਜਿਹਦੀ ਉਹ ਕਾਲ ਸੀ ਉਹ ਵੀ ਨਹੀਂ ਗਿਆ ਲੱਖਾ ਸਿਧਾਣਾ ਵੀ ਨਹੀਂ ਗਿਆ ਲੱਖਾ ਸਿਧਾਣਾ ਤੇ ਕੇਸ ਬਿਲਕੁਲ ਫੇਕ ਹੈ ਝੂਠਾ ਹੈ ਉਹ ਨਹੀਂ ਗਿਆ ਉੱਥੇ ਉਹਨੇ ਪੈਰ ਵੀ ਨਹੀਂ ਥੱਲੇ ਧਰਿਆ ਗੱਡੀ ਉਹਦੀ ਅੰਦਰ ਗਈ ਨਹੀਂ ਗੱਡੀ ਬਾਹਰੋਂ ਬਾਹਰ ਵਾਪਸ ਆ ਗਈ ਤੇ ਸਾਨੂੰ ਸਾਡੇ ਟਰੈਕਟਰ ਟਰਾਲੀ ਦੇ ਵਿੱਚ BBC ਦੀ ਇਮੇਜ ਸਾਡੇ ਸਾਹਮਣੇ ਆਈ ਜਿੱਥੇ ਆਇਆ ਕਿ ਝੰਡਾ ਝੁਲਾ ਦਿੱਤਾ ਗਿਆ ਕੇਸਰੀ ਨਿਸ਼ਾਨ ਸਾਹਿਬ ਝੁਲਾ ਦਿੱਤਾ ਗਿਆ ਸੋ ਇਹ ਕੁਦਰਤੀ ਗੱਲ ਹੈ ਇੱਕ ਸਿੱਖ ਨੂੰ ਖੁਸ਼ੀ ਹੋਏਗੀ ਜਦੋਂ ਉਹਦਾ ਝੰਡਾ ਝੂਲੇਗਾ ਕਿਹਦਾ ਬ੍ਰੇਨ ਚਾਈਲਡ ਸੀ ਕਿਹਦਾ ਦਿਮਾਗ ਸੀ ਕਿਹੜਾ ਉਹ ਮੋਟਰਸਾਈਕਲ ਵਾਲੇ ਕੌਣ ਸੀ ਜਿਹੜੇ ਨੌਜਵਾਨਾਂ ਨੂੰ ਆਪਣੇ ਮਗਰ ਲਗਾ ਕੇ ਉੱਥੇ ਤੱਕ ਲੈ ਗਏ ਨੇ ਇਹ ਇੱਕ ਬੁਝਾਰਤ ਹੈ ਪਰ ਅਸੀਂ ਕਹਿੰਦੇ ਹਾਂ ਕੋਈ ਵੀ ਲੈ ਗਿਆ ਜਿਹੜਾ ਵੀ ਲੈ ਗਿਆ ਪਰ ਉੱਥੇ ਜਾ ਕੇ ਨੌਜਵਾਨਾਂ ਨੇ ਆਪਣੇ ਜਜ਼ਬਾਤਾਂ ਦਾ ਪ੍ਰਗਟਾਵਾ ਉਸ ਝੰਡੇ ਨੂੰ ਚੜਾ ਕੇ ਕਰ ਦਿੱਤਾ ਸਤਿ ਸ਼੍ਰੀ ਅਕਾਲ ਪੰਜਾਬ ਸਟਾਰ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਕਮਲਰੀਤ ਕੌਰ 26 ਜਨਵਰੀ 2021 ਨੂੰ ਲਾਲ ਕਿਲੇ ਦੇ ਉੱਤੇ ਇੱਕ ਘਟਨਾਕ੍ਰਮ ਵਾਪਰਦਾ ਹੈ ਹਾਲਾਂਕਿ 26 ਜਨਵਰੀ ਦਾ ਅਨਾਉਂਸਮੈਂਟ ਜਿਹੜੀ ਆ ਕਿਸਾਨਾਂ ਦੇ ਵੱਲੋਂ ਪਹਿਲਾਂ ਹੀ ਕਰ ਦਿੱਤੀ ਗਈ ਸੀ ਕਿਸਾਨਾਂ ਨੇ ਐਲਾਨ ਕੀਤਾ ਸੀ ਕਿ ਇਸ ਵਾਰ 26 ਜਨਵਰੀ ਤੇ ਕੁਝ ਖਾਸ ਹੋਏਗਾ ਜੈ ਜਵਾਨ ਜੈ ਕਿਸਾਨ ਦਾ ਨਾਰਾ ਜਿਹੜਾ ਹੈ ਉਹ ਪੂਰਾ ਕੀਤਾ ਜਾਏਗਾ ਇੱਕ ਪਾਸੇ ਜਵਾਨਾਂ ਦੀ ਪਰੇਡ ਹੋਏਗੀ ਤੇ ਦੂਜੇ ਪਾਸੇ ਕਿਸਾਨਾਂ ਦੀ ਟਰੈਕਟਰ ਪਰੇਡ ਹੋਏਗੀ ਪਰ ਲਾਲ ਕਿਲੇ ਤੇ ਕੁਝ ਅਜਿਹਾ ਵਾਪਰਿਆ ਜਿਸ ਨੇ ਸਾਰੇ ਪਾਸੇ ਹਾਲ ਦੁਹਾਈ ਮਚਾ ਦਿੱਤੀ ਇੱਕ ਕੇਸਰੀ ਝੰਡੇ ਨੂੰ ਲੈ ਕੇ ਵਿਵਾਦ ਹੋਇਆ ਉਹੀ ਕੇਸਰੀ ਰੰਗ ਜਿਸ ਦੇ ਨਾਲ ਭਾਜਪਾ ਨੂੰ ਬਹੁਤ ਪਿਆਰ ਹੈ ਭਗਵੇ ਕਰਨ ਦੇ ਨਾਲ ਭਾਜਪਾ ਨੂੰ ਬਹੁਤ ਪਿਆਰ ਹੈ ਅੱਜ ਉਸੇ ਕੇਸਰੀ ਰੰਗ ਨੂੰ ਲੈ ਕੇ ਵਿਵਾਦ ਹੁੰਦਾ ਹੈ ਇਹ ਵਿਵਾਦ ਹੋਇਆ ਹਾਲ ਦੁਹਾਈ ਮਚੀ ਇਸ ਦੇ ਪਿੱਛੇ ਬਹੁਤ ਸਾਰੇ ਸਵਾਲ ਵੀ ਇਹ ਘਟਨਾ ਜਿਹੜੀ ਆ ਛੱਡ ਗਈ ਹੈ ਆਖਿਰਕਾਰ ਕੌਣ ਇਸ ਘਟਨਾ ਦਾ ਮਾਸਟਰਮਾਈਂਡ ਹੈ ਕੌਣ ਇਸ ਘਟਨਾ ਦਾ ਗਵਾਹ ਹੈ ਤੇ ਕੌਣ ਬਣਿਆ ਇਸ ਘਟਨਾ ਦਾ ਪੀੜਤ ਇਹਨਾਂ तमाम ਸਵਾਲਾਂ ਦੇ ਜਵਾਬ ਲੈਣ ਲਈ ਅਸੀਂ ਪਹੁੰਚੇ ਹਾਂ ਕੰਵਰਪਾਲ ਬਿੱਟੂ ਜੀ ਦੇ ਕੋਲ ਜੋ ਕਿ ਦਲ ਖਾਲਸਾ ਦੇ ਬੁਲਾਰੇ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਜੈ ਜਵਾਨ ਜੈ ਕਿਸਾਨ ਇੱਕ ਨਾਰਾ ਹੈ ਜਵਾਨਾਂ ਦੀ ਪਰੇਡ ਅਕਸਰ ਅਸੀਂ ਵੇਖੀ ਹੈ ਤੇ ਇਸ ਵਾਰ ਕਿਸਾਨਾਂ ਦੀ ਪਰੇਡ ਜਿਹੜੀ ਆ ਉਹ ਹੋਣ ਵਾਲੀ ਹੈ ਹਾਲਾਂਕਿ ਤਸਵੀਰ ਇੱਕ ਸਿੱਕੇ ਦੇ ਦੋ ਪਹਿਲੂ ਨੇ ਇੱਕ ਪਹਿਲੂ ਵਿਖਾਇਆ ਗਿਆ ਕਿਸ ਤਰ੍ਹਾਂ ਲਾਲ ਕਿਲੇ ਤੇ ਜਿਹੜੀ ਹੁੱਲੜਬਾਜ਼ੀ ਦਾ ਨਾਮ ਦਿੱਤਾ ਗਿਆ ਪਰ ਦੂਜਾ ਪਹਿਲੂ ਜਿੱਥੇ ਕਿਸਾਨਾਂ ਦੇ ਉੱਤੇ ਫੁੱਲਾਂ ਦੀ ਵਰਖਾ ਕੀਤੀ ਗਈ ਆ ਉਹ ਨਹੀਂ ਵਿਖਾਇਆ ਗਿਆ ਪਰ ਲਾਲ ਕਿਲੇ ਦੀ ਘਟਨਾ ਤੋਂ ਸਵਾਲ ਇਹ ਉੱਠਦਾ ਹੈ ਕਿ ਪੁਲਿਸ ਮੂਕ ਦਰਸ਼ਕ ਬਣ ਕੇ ਸਾਰਾ ਕੁਝ ਦੇਖ ਰਹੀ ਹੈ ਝੰਡਾ ਲਹਿਰਾਉਣ ਤੱਕ ਦਾ ਇੰਤਜ਼ਾਰ ਕੀਤਾ ਗਿਆ ਸੀ ਆਖਿਰਕਾਰ ਝੰਡਾ ਲਹਿਰਾਉਣ ਤੋਂ ਬਾਅਦ ਹੀ ਵਿਵਾਦ ਕਿਉਂ ਹੋਇਆ ਪਹਿਲਾਂ ਕਿਉਂ ਨਹੀਂ ਦੇਖੋ ਜਿਹੜੀ ਘਟਨਾ 26 ਜਨਵਰੀ ਨੂੰ ਲਾਲ ਕਿਲੇ ਵਾਪਰੀ ਹੈ ਉਹ ਇੱਕ ਕੇਵਲ ਝੰਡਾ ਨਹੀਂ ਹੈ ਉਹ ਕੇਸਰੀ ਨਿਸ਼ਾਨ ਸਾਹਿਬ ਹੈ ਸਿੱਖਾਂ ਦੇ ਧਾਰਮਿਕ ਚਿੰਨ੍ਹ ਹੈ ਔਰ ਧਾਰਮਿਕ ਝੰਡਾ ਹੈ ਅਕਸਰ ਉਹ ਗੁਰਦੁਆਰਿਆਂ 'ਚ ਸਾਡੇ ਸਾਰੇ ਨਗਰ ਕੀਰਤਨ ਦੇ ਵਿੱਚ ਲਹਿਰਾਇਆ ਜਾਂਦਾ ਹੈ ਔਰ ਉਹ ਸਾਡੇ ਸਿੱਖੀਜ਼ਮ ਦਾ ਪਾਰਟ ਐਂਡ ਪਾਰਸਲ ਹੈ
ਝੰਡਾ ਲਹਿਰਾਉਣ ਦੀ ਰਸਮ ਨੂੰ ਇੰਨੀ ਵੱਡੀ ਤੂਲ ਕਿਉਂ ਦਿੱਤੀ ਗਈ, ਇਹਨੂੰ ਸਾਨੂੰ ਸਮਝਣ ਦੀ ਲੋੜ ਹੈ। ਗਵਰਨਮੈਂਟ ਆਫ ਇੰਡੀਆ ਬਜਿੱਦ ਹੈ ਕਿ ਉਹਨੇ ਰੀਪੀਲ ਨਹੀਂ ਕਰਨੇ। ਉਹਨੇ ਆਪਣੇ ਵੱਲੋਂ ਜੋ ਉਹ ਪ੍ਰਪੋਜ਼ਲਸ ਦੇ ਸਕਦੀਆਂ ਸੀ ਉਹਨੇ ਦੇ ਦਿੱਤੀਆਂ ਅਮੈਂਡਮੈਂਟਸ ਨੂੰ ਲੈ ਕੇ। ਪਰ ਉਹ ਇਸ ਗੱਲ ਤੇ ਲਾਸਟ ਜਿਹੜਾ ਤੁਸੀਂ ਦੇਖੋ, ਜਿਹੜੀ ਲਾਸਟ ਗਵਰਨਮੈਂਟ ਦੀ ਫਾਰਮਰਸ ਯੂਨੀਅਨਸ ਦੇ ਨਾਲ ਮੀਟਿੰਗ ਹੋਈ ਹੈ, 18 ਮਿੰਟ ਐਗਰੀਕਲਚਰ ਮਿਨਿਸਟਰ ਨਾਲ ਰਿਹਾ ਤੇ 18 ਮਿੰਟ ਤੋਂ ਬਾਅਦ ਉਹ ਉੱਠ ਕੇ ਚਲਾ ਗਿਆ। ਤੇ ਜਿਹੜੀ ਉਸ ਦਿਨ ਉਹਨੇ ਬੋਲੀ ਹੈ ਫਾਰਮਰਸ ਨੂੰ, ਉਹਨਾਂ ਨੂੰ ਸਮਝ ਜਾਣਾ ਚਾਹੀਦਾ ਸੀ ਕਿ ਗਵਰਨਮੈਂਟ ਕੁਝ ਪਲਾਨ ਕਰ ਰਹੀ ਹੈ। ਤੇ ਗਵਰਨਮੈਂਟ ਪਲਾਨ ਕਰ ਰਹੀ ਸੀ ਤੇ ਗਵਰਨਮੈਂਟ ਪਲਾਨ ਕਰਦੀਆਂ ਹੁੰਦੀਆਂ ਨੇ। ਇਹ ਗੱਲ ਸਾਡੇ ਵਾਲੇ ਪਾਸੇ ਕਿਸਾਨ ਅੰਦੋਲਨ ਦੇ ਜਿਹੜੇ ਸੰਚਾਲਕ ਨੇ ਉਹ ਭੁੱਲ ਗਏ। ਉਹ ਭੁੱਲ ਗਏ ਕਿ ਅਮਿਤ ਸ਼ਾਹ ਬੈਠਾ ਹੈ ਔਰ ਹੀ ਇਜ਼ ਅ ਗੇਮ ਪਲਾਨਰ। ਉਹ ਕੁਛ ਨਾ ਕੁਛ ਐਸੀ ਡਰਟੀ ਗੇਮ ਖੇਲੇਗਾ ਜਿਹਦੇ ਨਾਲ ਜੋ ਅਸੀਂ ਸੋਚਿਆ ਉਹ ਨਹੀਂ ਹੋਏਗਾ ਤੇ ਕੁਝ ਉਹ ਹੋ ਜਾਏਗਾ ਜੋ ਅਸੀਂ ਸੋਚਿਆ ਨਹੀਂ ਹੋਏਗਾ। ਹੁਣ ਟਰੈਕਟਰ ਮਾਰਚ ਨਿਕਲਦਾ ਹੈ, ਪਰ ਟਰੈਕਟਰ ਮਾਰਚ 26 ਨੂੰ ਸਵੇਰੇ ਨਿਕਲਣ ਤੋਂ ਪਹਿਲਾਂ 25 ਸ਼ਾਮ ਨੂੰ ਸਿੰਘੂ ਬਾਰਡਰ ਦੋਨਾਂ ਜਿਹੜਾ ਅੰਦੋਲਨ ਹੈ ਉਹਦੇ ਵਿੱਚ ਫੁੱਟ ਦੇ ਬੀਜ ਦਿੱਤੇ ਗਏ, ਦੋ ਅੱਡ ਕਰ ਦਿੱਤੇ ਗਏ ਧੜੇ। ਸਤਨਾਮ ਸਿੰਘ ਪੰਨੂ ਕਹਿੰਦਾ ਮੈਂ ਰਿੰਗ ਰੋਡ ਤੇ ਜਾਵਾਂਗਾ ਤੇ ਜਿਹੜੇ 31 ਮੈਂਬਰ ਸੰਗਠਨ ਹੈਗੇ ਨੇ ਉਹ ਕਹਿੰਦੇ ਜੀ ਅਸੀਂ ਤੇ ਜੋ ਪੁਲਿਸ ਨੇ ਸਾਡੇ ਨਾਲ ਡੀਲ ਕੀਤੀ ਹੈ, ਸਾਨੂੰ ਜੋ ਆਗਿਆ ਦਿੱਤੀ ਹੈ, ਅਸੀਂ ਓਨਾ ਹੀ ਬਿਹੇਵ ਕਰਾਂਗੇ, ਓਨੀ ਹੱਦ ਤੱਕ ਹੀ ਜਾਵਾਂਗੇ। ਸੋ ਦੋ ਧੜਿਆਂ ਦੇ ਵਿੱਚ 25 ਸ਼ਾਮ ਤੇ 25 ਰਾਤ ਨੂੰ ਅੰਦੋਲਨ ਵੰਡਿਆ ਜਾ ਚੁੱਕਾ ਸੀ। ਹੁਣ ਉੱਥੋਂ ਹੀ ਸਮਝ ਲਈਏ ਕਿ ਅਗਲੇ ਦਿਨ ਕੁਝ ਹੋਰ ਹੋਣ ਵਾਲਾ ਹੈ। ਜੋ ਅਸੀਂ ਚਿਤਵਿਆ ਉਹ ਨਹੀਂ, ਸਾਡੀ ਇਮੈਜੀਨੇਸ਼ਨ ਤੋਂ ਕੁਝ ਅੱਗੇ ਵੀ ਹੋਣ ਵਾਲਾ ਹੈ, ਕਿਉਂਕਿ ਫੁੱਟ ਤੇ ਰਾਤ ਹੀ ਪੈ ਗਈ। ਸੋ ਫੁੱਟ ਤੋਂ ਬਾਅਦ, ਔਰ ਫੁੱਟ ਦੇ ਲਈ ਇਸ ਤਰ੍ਹਾਂ ਨਹੀਂ ਹੁੰਦਾ ਕਿ ਕੋਈ ਇਕੱਲਾ ਜ਼ਿੰਮੇਵਾਰ ਹੁੰਦਾ। ਜਦੋਂ ਫੁੱਟ ਪੈਂਦੀ ਹੈ ਜਾਂ ਤਾਂ ਪਾਈ ਜਾਂਦੀ ਹੈ ਜਾਂ ਫਿਰ ਦੋਨਾਂ ਦੀ ਹਉਮੈ ਜਾਂ ਦੋਨਾਂ ਦੀ ਨਲਾਇਕੀ ਹੁੰਦੀ ਹੈ। ਸੋ ਇਹ ਓਵਰਆਲ ਸਿਚੁਏਸ਼ਨ 'ਤੇ ਮੈਂ ਕਮੈਂਟ ਕਰ ਰਿਹਾ, ਮੈਂ ਕਿਸੇ ਇੰਡੀਵਿਜੂਅਲ ਨੂੰ ਇਹਦੇ ਲਈ ਬਲੇਮ ਨਹੀਂ ਕਰ ਰਿਹਾ। ਜਦੋਂ ਫੁੱਟ ਪੈ ਗਈ ਅਗਲੇ ਦਿਨ ਸਵੇਰੇ ਸਟਾਰਟ ਉਸ ਅਕੋਰਡਿੰਗਲੀ ਹੀ ਹੋਇਆ ਜਿਵੇਂ ਫੁੱਟ ਸੀਗੀ, ਜਿਵੇਂ ਦੋ ਧੜੇ ਸੀਗੇ। ਪਹਿਲਾ ਧੜਾ ਪਹਿਲਾਂ ਚੱਲ ਪਿਆ ਜਿਹਨੇ ਰਿੰਗ ਰੋਡ ਜਾਣਾ ਸੀ, ਦੂਜਾ ਧੜਾ ਜਿਹੜਾ ਉਹਨੇ 10 ਵਜੇ ਸਟਾਰਟ ਕਰਨਾ ਸੀ। ਅਸੀਂ 10 ਵਜੇ ਵਾਲੇ ਜਿਹੜਾ ਮੇਨ ਪ੍ਰਮੁੱਖ ਜਿਹਨੂੰ ਸੰਯੁਕਤ ਮੋਰਚਾ ਕਹਿੰਦੇ ਆ ਨਾ, ਅਸੀਂ ਉਹਨਾਂ ਦੇ ਨਾਲ ਟਰੈਕਟਰ ਮਾਰਚ ਵਿੱਚ ਆਰੰਭ ਕੀਤਾ। ਪਰ ਸਾਡੇ ਤੋਂ ਪਹਿਲਾਂ 8 ਵਜੇ ਪੰਨੂ ਗਰੁੱਪ ਮਾਰਚ ਕਰ ਚੁੱਕਾ ਸੀ ਤੇ ਸਾਡੇ ਨਾਲ ਸੰਬੰਧਿਤ ਹੀ ਕੁਝ ਨੌਜਵਾਨ ਉਹਨਾਂ ਦੇ ਨਾਲ ਚੱਲ ਵੀ ਪਏ ਸੀ। ਸੋ ਅਸੀਂ ਦੋ ਹਿੱਸਿਆਂ ਦੇ ਵਿੱਚ ਚੱਲ ਰਹੇ ਹਾਂ। ਸਭ ਠੀਕ ਚੱਲ ਰਿਹਾ। ਪਹਿਲਾ ਬੈਰੀਕੇਡ ਟੁੱਟਾ, ਜਿਹੜੇ ਅਗਲੇ ਨੇ ਸਾਡੇ ਤੋਂ ਉਹ ਤੋੜ ਰਹੇ ਨੇ, ਸਾਡੇ ਲਈ ਰਸਤਾ ਬਣਾ ਰਹੇ ਨੇ। ਸੈਕਿੰਡ ਬੈਰੀਕੇਡ ਟੁੱਟ ਰਿਹਾ, ਨੌਜਵਾਨ ਤੋੜ ਰਹੇ ਨੇ। ਥਰਡ ਤੋਂ ਬਾਅਦ ਜੋ ਹੁਣ ਆਈ ਵਿਟਨੈਸ ਕੀ ਕਹਿ ਰਹੇ ਨੇ, ਥਰਡ ਤੋਂ ਬਾਅਦ ਅੱਗੇ ਕੁਝ ਮੋਟਰਸਾਈਕਲ ਵਾਲੇ ਖੜੇ ਨੇ, ਸਰਦਾਰ ਨੇ, ਮੋਟਰਸਾਈਕਲ ਵਾਲੇ ਨੇ ਦਿੱਲੀ ਨੰਬਰ ਦੇ ਨੇ। ਤੇ ਸਾਡੇ ਟਰੈਕਟਰ ਦੇ ਨਾਲ ਪੰਜਾਬ ਦੇ ਵੀ ਬਹੁਤ ਸਾਰੇ ਮੋਟਰਸਾਈਕਲ ਨੇ। ਪੰਜਾਬ ਵਾਲੇ ਮੋਟਰਸਾਈਕਲ ਉੱਥੋਂ ਨਿਕਲ ਕੇ ਸਾਡੇ ਪਿੱਛੋਂ, ਉਦੋਂ ਤੱਕ ਸਾਡੇ ਪਿੱਛੇ ਸੀ, ਉੱਥੋਂ ਨਿਕਲ ਕੇ ਜਿਹੜੇ ਅੱਗੇ ਖੜੇ ਮੋਟਰਸਾਈਕਲ ਉਹਨਾਂ ਨੂੰ ਉਹ ਜੁਆਇਨ ਕਰ ਲੈਂਦੇ ਨੇ ਤੇ ਉਹ ਮੋਟਰਸਾਈਕਲਾਂ ਦਾ ਕਾਫਲਾ ਸਾਨੂੰ ਲੀਡ ਕਰਨ ਲੱਗ ਪੈਂਦਾ। ਜਦੋਂ ਉਹ ਚੱਲਦਾ ਜਾਂਦਾ ਤੇ ਗੁਰਦੁਆਰਾ ਮਜਨੂ ਟਿੱਲਾ ਆਉਂਦਾ ਤੇ ਉੱਥੇ ਜਦੋਂ ਸਤਨਾਮ ਸਿੰਘ ਪੰਨੂ ਦਾ, ਕਿਉਂਕਿ ਇਹ ਲੀਡ ਰੋਲ ਸੀਗਾ, ਉਹ ਮੁੜਨ ਲੱਗਦੇ ਨੇ ਤੇ ਲੱਖਾ ਸਿਧਾਣਾ ਵੀ ਉਹਨਾਂ ਦੇ ਨਾਲ ਸੀਗੇ। ਜਦੋਂ ਮੁੜਨ ਲੱਗਦੇ ਨੇ ਤੇ ਨੌਜਵਾਨ ਕਹਿੰਦੇ ਨੇ ਮੁੜਨਾ ਨਹੀਂ, ਅੱਗੇ ਚੱਲਣਾ ਹੈ। ਪਰ ਇੱਥੇ ਮੈਂ ਇੱਕ ਗੱਲ ਕਲੀਅਰ ਕਰ ਦਿਆਂ ਕਿ ਨੌਜਵਾਨਾਂ ਕੋਲ ਉਦੋਂ ਤੱਕ ਵੀ ਲਾਲ ਕਿਲ੍ਹੇ ਦਾ ਟੀਚਾ ਨਹੀਂ ਸੀ ਹੈਗਾ। ਉਹ ਕਹਿ ਰਹੇ ਸੀ ਕਿ ਤੁਸੀਂ ਸਾਰਿਆਂ ਨੇ ਇਹ ਐਲਾਨ ਕੀਤਾ ਸੀ ਕਿ ਅਸੀਂ 100 ਕਿਲੋਮੀਟਰ ਦਾ ਮਾਰਚ ਦਿੱਲੀ ਦੇ ਵਿੱਚ ਕੱਢ ਕੇ ਵਾਪਸ ਆਵਾਂਗੇ। ਸੋ ਉਹਨਾਂ ਦਾ ਸਿਰਫ ਇੰਨਾ ਹੀ ਸੀ ਕਿ 100 ਕਿਲੋਮੀਟਰ ਜਾਣਾ। ਕਿੱਥੇ ਜਾਣਾ? ਨੋ ਸਪੈਸੀਫਿਕ ਟੀਚਾ, ਨੋ ਸਪੈਸੀਫਿਕ ਪਲੇਸ, 100 ਕਿਲੋਮੀਟਰ ਕੱਢਣਾ। ਪੰਨੂ ਨੇ ਇਸ ਗੱਲ ਤੋਂ ਇਨਕਾਰ ਕੀਤਾ ਤੇ ਵਾਪਸ ਜਾਣ ਦੀ ਜਿੱਦ ਕੀਤੀ ਤੇ ਨੌਜਵਾਨ ਉਹਨਾਂ ਨੇ ਵੀ ਉਸ ਨੂੰ ਬੁਰਾ ਭਲਾ ਕਿਹਾ, ਕਾਫੀ ਬੁਰਾ ਭਲਾ ਕਿਹਾ। ਲੱਖਾ ਸਿਧਾਣਾ ਤੇ ਪੰਨੂ ਨੇ ਇਹ ਕਹਿਤਾ ਕਿ ਅਸੀਂ ਵਾਪਸ ਚੱਲੇ ਹਾਂ, ਜੇ ਤੁਸੀਂ ਅੱਗੇ ਜਾਣਾ ਤੇ ਜਾਓ। ਨੌਜਵਾਨ ਗਏ, ਜਿਹੜੇ ਮੋਟਰਸਾਈਕਲ ਵਾਲੇ ਉੱਥੋਂ ਦਿੱਲੀ ਵਾਲੇ ਉੱਥੇ ਖੜੇ ਸੀ ਉਹਨਾਂ ਨੇ
ਫਿਰ ਅੱਗੇ ਲੱਗੇ, ਉਹਨਾਂ ਨੇ ਲੀਡ ਕੀਤਾ, ਉਹ ਸਿੱਧਾ ਸਾਰੇ ਦਾ ਸਾਰਾ ਕਾਫਲਾ ਜਿਹੜਾ ਉਹ ਲਾਲ ਕਿਲੇ ਪਹੁੰਚ ਗਿਆ। ਹੁਣ ਉੱਥੇ ਕੇਵਲ ਨੌਜਵਾਨ ਗਿਆ, ਕੋਈ ਆਗੂ ਨਹੀਂ ਗਿਆ, ਕੋਈ ਲੀਡਰ ਨਹੀਂ ਗਿਆ। ਈਵਨ ਜਿੰਨੇ ਸਤਨਾਮ ਸਿੰਘ ਪੰਨੂ ਜਿਹਦਾ ਉਹ ਜਥਾ ਸੀ, ਜਿਹਦੀ ਉਹ ਕਾਲ ਸੀ, ਉਹ ਵੀ ਨਹੀਂ ਗਿਆ। ਲੱਖਾ ਸਿਧਾਣਾ ਵੀ ਨਹੀਂ ਗਿਆ। ਲੱਖਾ ਸਿਧਾਣਾ ਤੇ ਕੇਸ ਬਿਲਕੁਲ ਫੇਕ ਹੈ, ਝੂਠਾ ਹੈ, ਉਹ ਨਹੀਂ ਗਿਆ ਉੱਥੇ। ਉਹਨੇ ਪੈਰ ਵੀ ਨਹੀਂ ਥੱਲੇ ਧਰਿਆ। ਗੱਡੀ ਉਹਦੀ ਗਈ, ਗੱਡੀ ਉਹਦੀ ਅੰਦਰ ਗਈ ਨਹੀਂ, ਗੱਡੀ ਬਾਹਰੋਂ ਬਾਹਰ ਵਾਪਸ ਆ ਗਈ ਪੰਨੂ ਦੀ। ਸੋ ਨਾ ਕੋਈ ਲੀਡਰ ਅੰਦਰ ਗਿਆ। ਜਿਹੜਾ ਹਜੂਮ ਸੀ, ਜਿਹੜਾ ਇੱਕ ਹੜ੍ਹ ਸੀ, ਉਹ ਹੜ੍ਹ ਨੌਜਵਾਨਾਂ ਦਾ ਉੱਥੇ ਪਹੁੰਚ ਗਿਆ। ਅੰਦਰ ਪਹੁੰਚ ਕੇ, ਕਿਉਂਕਿ ਅਸੀਂ 10 ਵਜੇ ਤੁਰੇ ਸੀ, ਸੋ ਵੀ ਵਰ ਫਾਰ ਬਿਹਾਈਂਡ, ਅਸੀਂ ਬਹੁਤ ਪਿੱਛੇ ਸੀਗੇ। ਪਰ ਹੌਲੀ ਹੌਲੀ ਅਸੀਂ ਵੀ ਉੱਧਰ ਹੀ ਰਹੇ ਸੀ। ਜਦੋਂ ਸਾਨੂੰ ਰਸਤੇ 'ਚ ਰੋਕਿਆ ਗਿਆ ਤੇ ਅਸੀਂ ਵੀ ਕਿਹਾ ਕਿ ਅਸੀਂ ਰਿੰਗ ਰੋਡ ਵਾਲੇ ਪਾਸੇ, ਜਿੱਥੇ 8 ਵਜੇ ਵਾਲਾ ਜਥਾ ਗਿਆ, ਅਸੀਂ ਉੱਧਰ ਹੀ ਜਾਵਾਂਗੇ। ਸੋ ਅਸੀਂ ਚੱਲੇ ਭਾਵੇਂ 10 ਵਜੇ ਵਾਲੇ ਜਥੇ ਨਾਲ ਸੀ, ਪਰ ਗਏ ਅਸੀਂ 8 ਵਜੇ। ਜਿਹੜਾ ਪਹਿਲਾ ਜਥਾ ਸੀ ਉਹਦੀ ਜਿਹੜੀ ਤੈਅ ਕੀਤਾ ਪ੍ਰੋਗਰਾਮ ਸੀ। ਅਸੀਂ ਤਕਰੀਬਨ ਲਾਲ ਕਿਲੇ ਦੇ ਬਹੁਤ ਨੇੜੇ ਸੀ ਤੇ ਸਾਨੂੰ ਸਾਡੇ ਟਰੈਕਟਰ ਟਰਾਲੀ ਦੇ ਵਿੱਚ BBC ਦੀ ਇਮੇਜ ਸਾਡੇ ਸਾਹਮਣੇ ਆਈ, ਜਿੱਥੇ ਆਇਆ ਕਿ ਝੰਡਾ ਝੁਲਾ ਦਿੱਤਾ ਗਿਆ, ਕੇਸਰੀ ਨਿਸ਼ਾਨ ਸਾਹਿਬ ਝੁਲਾ ਦਿੱਤਾ ਗਿਆ। ਸੋ ਇਹ ਕੁਦਰਤੀ ਗੱਲ ਹੈ, ਇੱਕ ਸਿੱਖ ਨੂੰ ਖੁਸ਼ੀ ਹੋਏਗੀ ਜਦੋਂ ਉਹਦਾ ਝੰਡਾ ਝੂਲੇਗਾ। ਅਸੀਂ ਪ੍ਰਧਾਨ ਮੰਤਰੀ ਬਾਰ-ਬਾਰ ਕਹਿ ਰਹੇ ਨੇ ਕਿ ਤਿਰੰਗੇ ਦਾ ਅਪਮਾਨ ਹੋਇਆ। ਮੈਂ ਇੱਕ ਗੱਲ ਕਹਿਣਾ ਚਾਹੁੰਦਾ ਮੋਦੀ ਸਾਹਿਬ ਨੂੰ, ਮੋਦੀ ਸਾਹਿਬ, ਅਸੀਂ ਤੁਹਾਡੇ ਝੰਡੇ ਦਾ ਅਪਮਾਨ ਨਹੀਂ ਕੀਤਾ। ਹਾਂ, ਅਸੀਂ ਝੁਲਾ ਕੇ ਆਪਣੇ ਦਾ ਸਤਿਕਾਰ ਕੀਤਾ। ਖੁਸ਼ੀ ਹੋਣੀ ਸੀਗੀ ਜਦੋਂ ਝੰਡਾ ਝੂਲਦਾ, ਇੱਕ ਸਿੱਖ ਦੇ ਮਨ 'ਚ ਆਉਂਦੀ। ਜਿਹੜਾ ਸਿੱਖ ਹਿਸਟਰੀ ਦਾ ਸਟੂਡੈਂਟ ਹੈ, ਜਿਹੜਾ ਸਿੱਖ ਹਿਸਟਰੀ ਜਾਣਦਾ ਹੈ, ਜਿਹੜਾ ਝੰਡੇ ਦੀ ਅਹਿਮੀਅਤ ਨੂੰ ਜਾਣਦਾ, ਉਹਨੂੰ ਖੁਸ਼ੀ ਹੋਏਗੀ। ਇਰਰਿਸਪੈਕਟਿਵ ਉਹ ਚੜਾਇਆ ਕਿੰਨੇ ਹੈ, ਕਿਹਦਾ ਬ੍ਰੇਨ ਚਾਈਲਡ ਸੀ, ਕਿਹਦਾ ਦਿਮਾਗ ਸੀ, ਕਿਹੜਾ ਉਹ ਮੋਟਰਸਾਈਕਲ ਵਾਲੇ ਕੌਣ ਸੀ ਜਿਹੜੇ ਨੌਜਵਾਨਾਂ ਨੂੰ ਆਪਣੇ ਮਗਰ ਲਗਾ ਕੇ ਉੱਥੇ ਤੱਕ ਲੈ ਗਏ ਨੇ। ਇਹ ਇੱਕ ਬੁਝਾਰਤ ਹੈ। ਪਰ ਅਸੀਂ ਕਹਿੰਦੇ ਹਾਂ ਕੋਈ ਵੀ ਲੈ ਗਿਆ, ਜਿਹੜਾ ਵੀ ਲੈ ਗਿਆ, ਪਰ ਉੱਥੇ ਜਾ ਕੇ ਨੌਜਵਾਨਾਂ ਨੇ ਆਪਣੇ ਜਜ਼ਬਾਤਾਂ ਦਾ ਪ੍ਰਗਟਾਵਾ ਉਸ ਝੰਡੇ ਨੂੰ ਝੁਲਾ ਕੇ ਕਰ ਦਿੱਤਾ। ਬਸ। ਦੀਪ ਸਿੱਧੂ ਦਾ ਨਾਮ ਇਸ ਕੜੀ ਦੇ ਵਿੱਚ ਅਹਿਮ ਮੰਨਿਆ ਜਾ ਰਿਹਾ ਹੈ। ਉਸ ਦੇ ਇਨਾਮ ਵੀ ਸਰਕਾਰਾਂ ਵੱਲੋਂ ਕੋਸ਼ਿਸ਼ ਕੀਤੇ ਗਏ ਨੇ, ਪਰ ਸਵਾਲ ਇਹ ਹੁੰਦਾ ਹੈ ਕਿ ਜਿਸਨੇ ਵੀ ਇਹ ਨੀਤੀ ਘੜੀ ਹੈ, ਆਖਿਰਕਾਰ ਗੱਲ ਕਿਸਾਨੀ ਅੰਦੋਲਨ ਦੀ ਚੱਲ ਰਹੀ ਸੀ, ਗੱਲ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਚੱਲ ਰਹੀ ਸੀ, ਤੇ ਸਰਕਾਰਾਂ ਦੇ ਲਈ ਖਾਲਿਸਤਾਨ ਜਾਂ ਧਰਮ ਦੇ ਨਾਮ ਤੇ ਫੁੱਟ ਪਾਉਣਾ ਇੰਨਾ ਸਫਲ ਕਿਉਂ ਹੋ ਜਾਂਦਾ ਹੈ, ਇੰਨਾ ਆਸਾਨ ਕਿਉਂ ਹੋ ਜਾਂਦਾ ਸਰਕਾਰਾਂ ਦੇ ਲਈ ਧਰਮ ਦੇ ਨਾਮ ਤੇ ਲੋਕਾਂ ਨੂੰ ਭੜਕਾਉਣਾ, ਧਰਮ ਦੇ ਨਾਮ ਤੇ ਲੋਕਾਂ ਨੂੰ ਲੜਾਉਣਾ। ਜਿਵੇਂ ਕਿ ਕੇਸਰੀ ਨਿਸ਼ਾਨ ਸਾਹਿਬ ਝੁਲਾਏ ਜਾਣ ਤੋਂ ਬਾਅਦ ਵਿਵਾਦ ਹੋਇਆ ਹੈ, ਬਹੁਤ ਸਾਰਾ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਬਹੁਤ ਸਾਰੇ ਹਿੰਦੂ ਭਾਈਚਾਰੇ ਦੇ ਲੋਕ ਸਿੱਖ ਭਾਈਚਾਰੇ ਦੇ ਖਿਲਾਫ ਨੇ, ਤਿਰੰਗਾ ਸਾਡੀ ਆਨ ਬਾਨ ਤੇ ਸ਼ਾਨ ਹੈ, ਇਹੋ ਜਿਹੇ ਨਾਅਰੇ ਵੀ ਸੁਣਨ ਨੂੰ ਮਿਲ ਰਹੇ ਨੇ। ਦੇਖੋ, ਪਹਿਲੀ ਗੱਲ ਤਾਂ ਇਸ ਸਾਰੇ ਇਸ਼ੂ ਦੇ ਵਿੱਚ ਖਾਲਿਸਤਾਨ ਕਿੱਥੋਂ ਆ ਗਿਆ, ਸਾਡੀ ਸਮਝ ਤੋਂ ਬਾਹਰ ਹੈ। ਜਦੋਂ ਅਸੀਂ ਕਹਿ ਰਹੇ ਹਾਂ ਕਿ ਉਹ ਜਿਹੜਾ ਝੰਡਾ ਝੁਲਾਇਆ ਗਿਆ ਉਹ ਕੇਸਰੀ ਨਿਸ਼ਾਨ ਸਾਹਿਬ ਸੀ। ਦੇਖੋ, ਜਿਹੜਾ ਰਿਲੀਜਨ ਦਾ ਸਿੰਬਲ ਹੁੰਦਾ ਨਾ, ਉਹ ਟ੍ਰਾਇੰਗੂਲਰ ਹੁੰਦਾ। ਜਿਹੜਾ ਪੋਲੀਟੀਕਲ ਫਲੈਗ ਹੁੰਦਾ ਉਹ ਚੌਰਸ ਹੁੰਦਾ। ਤੇ ਇਹ ਪੋਲੀਟੀਕਲ ਫਲੈਗ ਨਹੀਂ ਚੜਾਇਆ ਗਿਆ। ਇਹ ਗੱਲ ਹੁਣ ਜੇ ਮੈਂ ਪਹਿਲਾਂ ਕਿਹਾ ਕਿ ਸਰਕਾਰ ਨੇ ਕੁਝ ਐਸਾ ਵਪਰਾਉਣ ਬਾਰੇ ਸੋਚਿਆ ਹੋਇਆ ਸੀ ਕਿ ਜਿਹਦੇ ਨਾਲ ਸਾਰਾ ਦਾ ਸਾਰਾ ਮੀਡੀਆ, ਜਿਹੜਾ ਜਿਹਨੂੰ ਆਪਾਂ ਮੋਦੀ ਮੀਡੀਆ ਕਹਿੰਦੇ ਆ, ਉਸ ਕੋਲੋਂ ਇਸ ਤਰੀਕੇ ਦੀ ਸਾਰੇ ਦੇ ਸਾਰੇ ਇਸ਼ੂ ਦੀ ਇਸ ਤਰ੍ਹਾਂ ਦੀ ਟਵਿਸਟਿੰਗ ਕਰਾਣੀ ਜਾਂ ਇਸ ਤਰੀਕੇ ਦਾ ਉਹਨੂੰ ਰੰਗਤ ਦੇਣੀ ਕਿ ਕਿਸਾਨ ਅੰਦੋਲਨ ਇੱਕ ਪਾਸੇ ਰਹਿ ਜਾਏ ਤੇ ਗਵਰਨਮੈਂਟ ਜਿਹੜੀ ਅਡਾਮੈਂਟ ਹੈ ਰਿਪੀਲ ਨਾ ਕਰਨ ਦੀ, ਉਹਨੂੰ ਇੱਕ ਆੜ ਮਿਲ ਜਾਏ ਕਿ ਦੇਖੋ ਸਾਡੇ ਹਿੱਕ ਤੇ ਚੜ੍ਹ ਕੇ ਆਏ ਨੇ, ਆਪਣਾ ਝੰਡਾ ਝੁਲਾ ਗਏ ਨੇ ਤੇ ਇਹ ਸਾਡੀ ਮਤਲਬ ਸਟੇਟ ਦੀ ਇੱਕ ਇਨਸਲਟ ਹੈ। ਤੇ ਇਸ ਕਰਕੇ ਅਸੀਂ ਹੁਣ ਮਤਲਬ ਜਿਹੜੀ ਗਵਰਨਮੈਂਟ ਡਿਫੈਂਸਿਵ ਸੀਗੀ ਉਸ ਦਿਨ ਤੋਂ ਓਫੈਂਸਿਵ ਹੋ ਗਈ। ਇਹ ਸੋ ਇੱਕ ਗਵਰਨਮੈਂਟ ਦੀ ਇੱਕ ਟੈਕਟਿਕ ਸੀਗੀ। ਪਰ ਮੈਂ ਸਮਝਦਾ ਕਿ ਨਾ ਤਾਂ ਉੱਥੇ ਹਿੰਸਾ ਹੋਈ, ਝੰਡਾ ਹੀ ਝੁਲਾਇਆ, ਕਤਲ ਤੇ ਨਹੀਂ ਕੀਤਾ, ਕਿਸੇ ਨੂੰ ਮਾਰਿਆ ਤੇ ਨਹੀਂ। ਤੇ ਜੇ ਤੁਹਾਨੂੰ ਨਿਸ਼ਾਨ ਸਾਹਿਬ ਚੜ੍ਹਾਉਣ 'ਤੇ ਵੀ ਸਾਰੇ ਹਿੰਦੁਸਤਾਨ ਦੇ ਜਜ਼ਬਾਤਾਂ ਨੂੰ ਸੱਟ ਵੱਜਦੀ ਹੈ ਤੇ ਫਿਰ ਮੈਨੂੰ ਲੱਗਦਾ ਕਿ ਉਹਨਾਂ ਦੀ ਤਾਂ ਸਾਡੀ ਸਾਂਝ ਹੀ ਕਾਹਦੀ ਹੈ। ਇੱਕ ਪਾਸੇ ਸਾਨੂੰ ਆਪਣਾ ਅੰਗ ਸਮਝਦੇ ਨੇ, ਇੱਕ ਪਾਸੇ ਸਾਨੂੰ ਆਪਣੇ ਨਾਲ ਵੀ ਰੱਖਣਾ ਚਾਹੁੰਦੇ ਨੇ। ਅਸੀਂ ਤਾਂ ਕਹਿੰਦੇ ਨਾ ਰੱਖੋ, ਤੁਹਾਡਾ ਦਿਲ ਨਹੀਂ ਕਰਦਾ ਨਾ ਰੱਖੋ ਸਾਨੂੰ ਆਪਣੇ ਨਾਲ। ਪਰ ਇਹ ਝੰਡਾ ਤੁਹਾਡਾ ਸੀ, ਪਰ ਅਸੀਂ ਅਪਮਾਨ ਨਹੀਂ ਕੀਤਾ, ਅਸੀਂ ਆਪਣਾ ਝੁਲਾਇਆ।
ਕਿਉਂ ਚਲਾਇਆ, ਕਿੰਨੇ ਚਲਾਇਆ, ਉਹ ਕਿਹਦਾ ਦਿਮਾਗ ਸੀ, ਇਹ ਦੇਖੋ ਇਹ ਪੋਸਟਮਾਰਟਮ ਕਰਨ ਦੀਆਂ ਗੱਲਾਂ ਨੇ। ਇਹ ਹਿਸਟਰੀ ਦੇ ਜਿਹੜੇ ਸਟੂਡੈਂਟ ਹੋਣਗੇ, ਹਿਸਟਰੀ ਦੇ ਪ੍ਰੋਫੈਸਰ ਹੋਣਗੇ ਜਾਂ ਜਿਹੜੇ ਐਨਾਲਿਸਿਸ ਕਰਨਗੇ, ਉਸ ਹਿਸਟਰੀ ਦੇ ਵਿੱਚ ਇਹ ਗੱਲਾਂ ਆਉਣਗੀਆਂ। ਇਹ ਗੱਲ ਨਹੀਂ ਹੈ ਕਿ ਇਹ ਗੱਲ ਛੁਪੀ ਰਹਿ ਜਾਏਗੀ ਕਿ ਇੰਨਾ ਵੱਡਾ ਕਾਫਲਾ ਕਿਵੇਂ ਪਹੁੰਚ ਗਿਆ, ਜਦ ਕਿ ਰੈੱਡ ਫੋਰਟ ਏਜੰਡੇ ਤੇ ਹੀ ਨਹੀਂ ਸੀ। ਇਹ ਕਲੀਅਰ ਹੈ ਕਿ ਰੈੱਡ ਫੋਰਟ ਵਾਜ਼ ਨਾਟ ਔਨ ਦਾ ਏਜੰਡਾ, ਪਰ ਫਿਰ ਵੀ ਚਲੇ ਗਏ। ਪਰ ਜੇ ਚਲੇ ਗਏ ਆ ਤੇ ਸਿੱਖ ਜਜ਼ਬਾਤਾਂ ਦੀ ਤਰਜਮਾਨੀ ਕਰਦੇ ਹੋਏ ਸਿੱਖ ਨੌਜਵਾਨਾਂ ਨੇ ਖਾਲਸਾਈ ਨਿਸ਼ਾਨ ਸਾਹਿਬ ਚਲਾਇਆ, ਤੇ ਮੈਨੂੰ ਲੱਗਦਾ ਕਿ ਪੂਰੇ ਹਿੰਦੁਸਤਾਨ ਨੂੰ ਉਹਦੀ ਰਿਸਪੈਕਟ ਕਰਨੀ ਚਾਹੀਦੀ ਹੈ। ਉੱਥੇ ਕੋਈ ਤਿਰੰਗੇ ਨੂੰ ਲਾ ਕੇ ਨਹੀਂ ਚਲਾਇਆ ਗਿਆ, ਤਿਰੰਗਾ ਆਪਣੀ ਜਗ੍ਹਾ ਝੂਲਦਾ ਰਿਹਾ, ਨਿਸ਼ਾਨ ਸਾਹਿਬ ਆਪਣੀ ਜਗ੍ਹਾ ਝੂਲਦਾ ਰਿਹਾ। ਵੈਸੇ ਤਾਂ ਤੁਸੀਂ ਗੱਲਾਂ ਕਰਦੇ ਹੋ ਸਿੱਖਾਂ ਨੂੰ ਨਾਲ ਰੱਖਣ ਦੀਆਂ, ਜਦੋਂ ਬਾਰਡਰਾਂ 'ਤੇ ਤੁਹਾਨੂੰ ਸਿੱਖਾਂ ਦੀ ਲੋੜ ਹੁੰਦੀ, ਉਹਨਾਂ ਦੇ ਫੌਜੀਆਂ ਦੇ ਜਿਹੜੇ ਹੁੰਦੇ ਨੇ ਟਰੱਕ, ਉਹਨਾਂ 'ਤੇ ਵੀ ਨਿਸ਼ਾਨ ਸਾਹਿਬ ਲਗਾ ਦਿੰਦੇ ਹੋ। ਤੇ ਨਾ ਉਹ ਤੁਸੀਂ ਹੁਣ ਤੁਹਾਨੂੰ ਲੱਗਦਾ ਕਿ ਉਹ ਮਤਲਬ ਆਲ ਆਫ ਅ ਸਡਨ ਸਾਡਾ ਰਿਲੀਜੀਅਸ ਫਲੈਗ ਤੁਹਾਨੂੰ ਖਾਲਿਸਤਾਨ ਫਲੈਗ ਲੱਗਣ ਲੱਗ ਪਏ। ਸਵਾਲ ਇਹ ਵੀ ਹੈ ਕਿ ਜਦੋਂ ਰਿਲੀਜੀਅਸ ਫਲੈਗ ਦੀ ਵੀਡੀਓ ਲੈ ਕੇ ਦੀਪ ਸਿੱਧੂ ਸੋਸ਼ਲ ਮੀਡੀਆ ਤੇ ਲਾਈਵ ਹੁੰਦੇ ਨੇ, ਚੁਲਾਏ ਜਾਣ ਤੱਕ ਦੀਪ ਸਿੱਧੂ ਉੱਥੇ ਮੌਜੂਦ ਰਹਿੰਦੇ ਨੇ। ਦਿੱਲੀ ਪੁਲਿਸ ਮੂਕ ਦਰਸ਼ਕ ਬਣ ਕੇ ਬੈਠੀ ਹੈ, ਫੋਟੋਆਂ ਵਾਇਰਲ ਹੁੰਦੀਆਂ ਨੇ ਕਿ ਪੁਲਿਸ ਕੁਰਸੀਆਂ ਤੇ ਬੈਠੀ ਹੈ, ਫਲੈਗ ਆਰਾਮ ਨਾਲ ਚੁਲਾਏ ਜਾਣ ਦਿੱਤਾ ਜਾਂਦਾ ਹੈ। ਪਰ ਜਿਸ ਟਾਈਮ ਝੰਡਾ ਚੁਲਾਇਆ ਜਾਂਦਾ ਹੈ, ਦੀਪ ਸਿੱਧੂ ਉੱਥੋਂ ਗਾਇਬ ਹੁੰਦੇ ਨੇ, ਆਰਾਮ ਨਾਲ ਚਲੇ ਜਾਂਦੇ ਨੇ, ਕਿਸੇ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਪਰ ਉਸ ਤੋਂ ਬਾਅਦ ਜੋ ਲੋਕ ਉਸ ਘਟਨਾਕ੍ਰਮ ਨੂੰ ਵੇਖ ਰਹੇ ਸੀ, ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ, ਸੰਗੀਨ ਧਾਰਾਵਾਂ ਲਾਈਆਂ ਜਾਂਦੀਆਂ ਨੇ, ਦੇਸ਼ ਧਰੋਹ ਤੱਕ ਦੇ ਪਰਚੇ ਉਹਨਾਂ ਤੇ ਪਾਏ ਜਾਂਦੇ ਨੇ, ਨਾਨ ਬੇਲੇਬਲ ਐਕਟ ਦੇ ਤਹਿਤ ਉਹਨਾਂ ਨੂੰ ਜੇਲ੍ਹ ਦੇ ਵਿੱਚ ਸਿੱਟਿਆ ਜਾਂਦਾ ਹੈ। ਤੇ ਦੂਜੇ ਪਾਸੇ ਦੀਪ ਸਿੱਧੂ ਜਿਸ ਤੇ ਐਲੀਗੇਸ਼ਨ ਲੱਗ ਰਹੇ ਨੇ ਭਾਜਪਾ ਦੇ ਨਾਲ ਮਿਲੀ ਭੁਗਦੇ, ਉਹ ਬਹੁਤ ਚੁੱਪ-ਚੁਪੀਤੇ ਉੱਥੋਂ ਚਲੇ ਜਾਂਦੇ ਨੇ। ਹਾਲਾਂਕਿ ਫੜਨ ਦੀਆਂ ਕੋਸ਼ਿਸ਼ਾਂ ਵੀ ਨਹੀਂ ਕੀਤੀਆਂ ਜਾਂਦੀਆਂ, ਹਾਲਾਂਕਿ ਇਨਾਮ ਜ਼ਰੂਰ ਘੋਸ਼ਿਤ ਕੀਤਾ ਗਿਆ, ਪਰ ਕਿਸੇ ਨੇ ਵੀ ਇਹ ਕੋਸ਼ਿਸ਼ ਨਹੀਂ ਕੀਤੀ ਕਿ ਦੀਪ ਸਿੱਧੂ ਕਿੱਥੇ ਹੈ। ਪਰ ਜੋ ਲੋਕ ਸਿਰਫ ਦੇਖ ਰਹੇ ਨੇ, ਉਹਨਾਂ ਨੂੰ ਸੰਗੀਨ ਧਾਰਾਵਾਂ ਲਾ ਕੇ ਜੇਲ੍ਹਾਂ 'ਚ ਸੁੱਟਿਆ ਗਿਆ। ਦੇਖੋ, ਦੀਪ ਸਿੱਧੂ ਨੇ ਨਾ ਚਲਾਇਆ, ਤੇ ਜਦੋਂ ਚਲਾਇਆ ਗਿਆ ਉਦੋਂ ਦੀਪ ਸਿੱਧੂ ਮੌਜੂਦ ਵੀ ਨਹੀਂ ਸੀ, ਉਹ ਲੇਟ ਆਇਆ। ਘੱਟੋ ਘੱਟ 10-15 ਮਿੰਟ ਬਾਅਦ ਆਇਆ ਦੀਪ ਸਿੱਧੂ। ਦੀਪ ਸਿੱਧੂ ਨੇ ਆ ਕੇ ਕਲੇਮ ਹੀ ਲਿਆ। ਦੀਪ ਸਿੱਧੂ ਨੇ ਲਾਈਵ ਹੋ ਕੇ ਸਿਰਫ ਕਲੇਮ ਲਿਆ, ਜ਼ਿੰਮੇਵਾਰੀ ਲਈ ਹੈ। ਨਾ ਉਹ ਚਲਾਉਣ ਵਾਲਿਆਂ ਵਿੱਚੋਂ ਸੀ, ਨਾ ਉਹਨੇ ਚਲਾਇਆ। ਇਹ ਗੱਲ ਠੀਕ ਹੈ ਕਿ ਜਿੰਨੀ ਦੇਰ ਤੱਕ ਝੂਲਿਆ, ਜਿੰਨੀ ਦੇਰ ਤੱਕ ਦੀਪ ਆਇਆ, ਦੀਪ ਨੇ ਲਾਈਵ ਹੋ ਕੇ ਆਪਣੀ ਗੱਲ ਕਹੀ ਹੈ, ਉਸ ਨੌਜਵਾਨ ਨੂੰ ਇਹਨਾਂ ਨੇ ਉਹਦੀ ਪ੍ਰੇਜ਼ ਕੀਤੀ ਹੈ ਜਿਹਨੇ ਚਲਾਇਆ। ਚਲਾਉਣ ਵਾਲਾ ਗੁਰਦੁਆਰਿਆਂ ਦੇ ਵਿੱਚ ਨਿਸ਼ਾਨ ਸਾਹਿਬ ਚਲਾਉਣ ਦੀ ਸੇਵਾ ਕਰਦਾ ਸੀ, ਚਲਾਉਣਾ ਕਿਸੇ ਹੋਰ ਨੇ ਸੀ, ਉਹਦੇ ਕੋਲ ਚਲਾਇਆ ਨਹੀਂ ਗਿਆ, ਉਹ ਆਪ ਵੀ ਗਿਰ ਗਿਆ ਤੇ ਉਹਦੇ ਹੱਥੋਂ ਝੰਡਾ ਵੀ ਗਿਰ ਗਿਆ। ਇਹ ਕਿਉਂਕਿ ਬੰਦਾ ਪ੍ਰੋਫੈਸ਼ਨਲ ਸੀ, ਤੈਨੂੰ ਕਿਹਾ ਗਿਆ ਕਿ ਤੂੰ ਚਲਾ ਦੇ, ਇਹਨੇ ਚਲਾ ਦਿੱਤਾ। ਸੋ ਦੀਪ ਦਾ ਤੇ ਉਹਦੇ 'ਚ ਕੋਈ ਰੋਲ ਨਹੀਂ ਹੈ। ਦੀਪ ਨੇ ਆ ਕੇ ਜ਼ਿੰਮੇਵਾਰੀ ਲੈ ਲਈ, ਤੇ ਜ਼ਿੰਮੇਵਾਰੀ ਜਦੋਂ ਲੈ ਲਈ, ਹੁਣ ਇੱਕ ਬ੍ਰਿਵੇਡੋ ਦਿਖਾਇਆ ਉਹਨੇ, ਬੜੀ ਬਹਾਦਰੀ ਦਿਖਾਈ ਹੈ। ਮੈਨੂੰ ਲੱਗਦਾ ਫਿਰ ਬਹਾਦਰੀ ਦਿਖਾਉਣ ਤੋਂ ਬਾਅਦ ਫਿਰ ਹੁਣ ਰੋਣਾ ਵੀ ਨਹੀਂ ਚਾਹੀਦਾ। ਹੁਣ ਰੋਣਾ ਵੀ ਨਹੀਂ ਚਾਹੀਦਾ। ਜੇ ਤੁਸੀਂ ਬਹਾਦਰੀ ਦਿਖਾਈ ਹੈ ਫਿਰ ਫੇਸ ਕਰੋ। ਤੁਸੀਂ ਕਹਿੰਦੇ ਹੋ ਨਾ ਵੀ ਸੋਵਰੈਨਿਟੀ ਦੀਆਂ ਗੱਲਾਂ ਕਰਦੇ ਹੋ, ਝੰਡਿਆਂ ਦੀਆਂ ਗੱਲਾਂ ਕਰਦੇ ਹੋ, ਕੋਈ ਗੱਲ ਨਹੀਂ। ਫਿਰ ਦੇਖੋ, ਜਦੋਂ ਸੰਘਰਸ਼ ਲੜੇ ਜਾਂਦੇ ਨੇ ਫਿਰ ਜੇਲ੍ਹਾਂ ਤਾਂ ਤੁਹਾਡਾ ਸੈਕਿੰਡ ਹੋਮ ਹੁੰਦੀਆਂ ਨੇ। ਹੁਣ ਤੁਸੀਂ ਜੇਲ੍ਹ ਨੂੰ ਸੈਕਿੰਡ ਹੋਮ ਸਮਝੋ, ਠੀਕ ਹੈ। ਹੁਣ ਮਤਲਬ ਫਿਰ ਰੋਣ ਧੋਣ ਨਹੀਂ ਕਰਨਾ ਚਾਹੀਦਾ। ਮੈਂ ਇਸ ਹੱਕ ਵਿੱਚ ਨਹੀਂ ਆ ਕਿ ਤੁਸੀਂ ਪਹਿਲਾਂ ਬਹਾਦਰੀ ਦਿਖਾਓ ਤੇ ਫਿਰ ਰੋਣ ਧੋਣ ਕਰੋ। ਕੇਸ ਹਾਲੀ ਕੇਸ ਝੰਡੇ ਦਾ ਨਹੀਂ ਹੋਇਆ। ਜਿਹੜੀ FIR ਕੱਟੀ ਗਈ ਹੈ ਨਾ, ਉਹ ਕੱਟੀ ਗਈ ਹੈ 307 ਦੇ ਤਹਿਤ, ਜਿਹਦੇ 'ਚ ਸਾਰੇ ਲੱਖਾ ਸਿਧਾਣਾ, ਦੀਪ ਵਗੈਰਾ ਨੂੰ ਇਨਵੋਲਵ ਕੀਤਾ ਗਿਆ। ਇਹ 307 ਦੀ ਹੈ। ਝੰਡੇ ਵਾਲੀ ਜਿਹੜੀ ਰਸਮ ਹੈ, ਉਹ ਅਜੇ ਕੇਸ ਓਪਨ ਹੈ, ਔਰ ਉਹ ਕੇਸ ਦਾ ਮੈਨੂੰ ਜੋ ਲੱਗਦਾ ਹੈ ਇੱਕ ਸ਼ਰਾਰਤ ਦੇ ਤਹਿਤ ਓਪਨ ਰੱਖਿਆ ਗਿਆ। ਜਿਵੇਂ CAA ਪ੍ਰੋਟੈਸਟਰਸ ਨੂੰ ਕੋਵਿਡ ਦੇ ਬਹਾਨੇ ਫਰੇਮ ਕੀਤਾ ਗਿਆ ਸੀ ਝੂਠਾ, ਤੇ ਸਾਰੇ ਅੰਦਰ ਡੱਕ ਦਿੱਤੇ ਗਏ ਸੀ ਜਦੋਂ ਕਰੋਨਾ ਆਇਆ ਸੀ। ਉਹ ਕੇਸ ਓਪਨ ਰੱਖਿਆ ਗਿਆ ਕਿ ਪਿਕ ਐਂਡ ਚੂਜ਼ ਕੀਤਾ ਜਾਏਗਾ, ਔਰ ਉਹ ਪਿਕ ਐਂਡ ਚੂਜ਼ ਨਾਟ ਔਨ ਮੈਰਿਟ, ਓਨਲੀ ਔਨ ਪੋਲੀਟੀਕਲ ਕੰਸੀਡਰੇਸ਼ਨ ਹੋਏਗਾ, ਠੀਕ ਹੈ। ਸੋ ਦੀਪ ਦਾ ਜਿਹੜਾ ਰੋਲ ਹੈ ਨਾ, ਉਹ ਝੰਡਾ ਝੁਲਾਉਣ ਦੇ ਵਿੱਚ ਨਹੀਂ ਹੈ। ਜਸਟ ਓਨਲੀ ਉਹਨੇ ਉਸ ਨੂੰ ਕਲੇਮ ਕੀਤਾ, ਉਹਨੇ ਲੜਕੇ ਦੀ ਸਿਫਤ ਕੀਤੀ। ਸਿਫਤ ਤਾਂ ਬਹੁਤ ਦੁਨੀਆ ਕਰ ਰਹੀ ਹੈ, ਸਾਰੇ ਹੀ ਕਰ ਰਹੇ ਨੇ। ਸੋ ਮੈਨੂੰ ਲੱਗਦਾ ਹੈ ਕਿ ਜੇ ਦੀਪ ਨੇ ਕਲੇਮ ਕੀਤਾ ਤੇ ਇਹ ਦੀਪ ਹੀ ਆਨਸਰ ਕਰੇ ਕਿ ਉਹਨੇ ਝੁਲਾਇਆ ਵੀ ਨਹੀਂ ਤੇ ਫਿਰ ਵੀ ਕਿਉਂ ਕਲੇਮ ਕੀਤਾ। ਸੋ ਇਹ ਇੱਕ ਦੀਪ ਹੀ ਆਨਸਰ ਕਰੇਗਾ, ਕੋਈ ਹੋਰ ਆਨਸਰ ਨਹੀਂ ਕਰ ਸਕਦਾ। ਪਰ ਮੈਨੂੰ ਲੱਗਦਾ ਕਿ ਉਹਨੂੰ ਹੁਣ ਮਰਦਾਂ ਵਾਂਗੂ ਜਿਹੜਾ ਫੇਸ ਕਰਨਾ ਚਾਹੀਦਾ, ਧਰਨੇ 'ਚ ਆ ਕੇ, ਤੇ ਉਸੇ ਤਰ੍ਹਾਂ ਡਟਣਾ ਚਾਹੀਦਾ ਜਿਵੇਂ ਪਹਿਲਾਂ ਡਟਿਆ ਸੀ। ਤੇ ਇਹ ਜਿਹੜੀਆਂ ਚੀਜ਼ਾਂ ਨੇ ਨਾ, ਜੋ ਸਰਕਾਰਾਂ ਕਰ ਰਹੀਆਂ ਨੇ, ਦੇਖੋ ਫਰੇਮ ਤੋਂ ਕਰ, ਉਹਨਾਂ ਨੇ ਤੇ ਫਾਰਮਰਸ ਯੂਨੀਅਨਸ ਦੇ ਬੰਦਿਆਂ ਨੂੰ ਵੀ ਫਰੇਮ ਕਰਤਾ,
ਲੱਖੇ ਨੂੰ ਵੀ ਕਰਤਾ, ਦੀਪ ਨੂੰ ਵੀ ਕਰਤਾ। ਤੇ ਇਹ ਸਾਰੀਆਂ ਜਦੋਂ ਤੁਸੀਂ ਮਤਲਬ ਕਹਿ ਰਹੇ ਹੋ ਕਿ ਅਸੀਂ ਕੁਝ ਮਤਲਬ ਤੁਸੀਂ ਇੱਕ ਸੰਘਰਸ਼ ਰਨ ਕਰ ਰਹੇ ਹੋ, ਤੇ ਕਲੀਅਰ ਹੈ ਕਿ ਗਵਰਨਮੈਂਟ ਚਾਹੁੰਦੀ ਹੈ, ਗਵਰਨਮੈਂਟ ਦੇ ਇਹਦੇ 'ਚ ਦੋ ਅਰਥ ਨੇ। ਉਹ ਆਰਮਸ ਟਵਿਸਟਿੰਗ ਦੇ ਨਾਲ ਬਾਂਹ ਮਰੋੜ ਕੇ ਕੇਸਾਂ ਦਾ ਡਰਾਵਾ ਦੇ ਕੇ ਫਾਰਮਰ ਯੂਨੀਅਨਸ ਨੂੰ ਰੀਪੀਲ ਤੋਂ ਅਮੈਂਡਮੈਂਟਸ 'ਤੇ ਲਿਆਉਣਾ ਚਾਹੁੰਦੀ ਹੈ। ਕੋਈ ਹੋਰ ਮਨੋਰਥ ਨਹੀਂ ਹੈ। ਜਸਟ ਸਿੰਗਲ ਮੋਟਿਵ ਹੈ ਗਵਰਨਮੈਂਟ ਦਾ, ਬੈਰੀਕੇਟਿੰਗ ਕਰੋ, ਨਿਕਲਣ ਨਾ ਦਿਓ, ਤੰਗ ਕਰ ਦਿਓ, ਔਖਾ ਕਰ ਦਿਓ, ਸਾਹ ਲੈਣਾ ਔਖਾ ਕਰ ਦਿਓ, ਕੇਸ ਪਾ ਦਿਓ, ਡਰਾਵੇ ਦੇ ਦਿਓ, NIA ਦੇ ਸੰਮਨਸ ਭੇਜ ਦਿਓ। ਇਹ ਸਾਰੇ ਦਾ ਅਰਥ ਇੱਕੋ ਹੀ ਹੈ ਕਿ ਇਹ ਡਰ ਜਾਣ ਤੇ ਇਹ ਕਹਿਣ ਚਲੋ ਰਿਪੀਲ ਛੱਡਿਆ ਤੇ ਜਿੰਨੀਆਂ ਜੋ ਤੁਸੀਂ ਅਮੈਂਡਮੈਂਟਸ ਕਰਦੇ ਹੋ ਸਾਡੀ ਝੋਲੀ ਪਾਓ ਤੇ ਅਸੀਂ ਖੁਸ਼ੀ ਖੁਸ਼ੀ ਘਰ ਜਾਈਏ। ਇਹ ਗਵਰਨਮੈਂਟ ਦਾ ਮੋਟਿਵ ਇੰਨਾ ਹੀ ਹੈ। ਤੇ ਇਹ ਗੱਲ ਕਿਸਾਨ ਜਥੇਬੰਦੀਆਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਜਦੋਂ ਲੜੀਦਾ, ਜਦੋਂ ਸੰਘਰਸ਼ ਕਰੀਦਾ ਨਾ, ਤੇ ਇਹ ਦੌਰ ਵੀ ਆਉਂਦੇ ਹੁੰਦੇ ਨੇ ਜਦੋਂ ਸਰਕਾਰਾਂ ਬਲੈਕਮੇਲਿੰਗ ਕਰਦੀਆਂ ਨੇ, ਐਕਸਪਲੋਇਟ ਕਰਦੀਆਂ ਨੇ। ਇਹੀ ਟਾਈਮ ਹੁੰਦਾ ਹੈ ਲੀਡਰਸ਼ਿਪ ਦੇ ਟੈਸਟ ਦਾ। ਮੈਂ ਤਾਂ ਹੀ ਕਿਹਾ ਕਿ ਜੇ ਦੀਪ ਤੂੰ ਹਿੰਮਤ ਜੁਰਤ ਦਿਖਾਈਏ ਕਲੇਮ ਕਰਨ ਦੀ, ਉਸ ਵੇਲੇ ਜ਼ਿੰਮੇਵਾਰੀ ਲੈਣ ਦੀ, ਤੇ ਫਿਰ ਹੁਣ ਜੁਰਤ ਦਿਖਾ, ਫੇਸ ਵੀ ਕਰ। ਠੀਕ ਹੈ, ਦੇਖੋ ਇੱਕ ਗੱਲ ਮੈਂ ਕਹਾਂਗਾ ਇਹਦੇ ਨਾਲ ਹੀ ਜੁੜਦੀ ਹੈ, ਕਿਉਂਕਿ ਇਸ ਘਟਨਾ ਤੋਂ ਬਾਅਦ ਗਵਰਨਮੈਂਟ ਦੇ ਘਰ ਖੁਸ਼ੀ ਹੈ। ਯੂਨੀਅਨਸ ਲੜ ਪਈਆਂ, ਉਹ ਪੰਨੂ ਨੂੰ ਗਦਾਰ ਕਹਿ ਰਹੇ ਨੇ ਤੇ ਪੰਨੂ ਉਹਨਾਂ ਨੂੰ ਟਿੱਚ ਕਰ ਰਿਹਾ। ਦੋਨੇ ਆਪਣੇ ਆਪਣੇ ਦੂਸ਼ਣਬਾਜ਼ੀ ਤੇ ਬਿਆਨਾਂ ਦੇ ਨਾਲ, ਤੇ ਇਹਨਾਂ ਦੇ ਜਿਹੜੇ ਸੋ ਕਾਲਡ ਦੋਵਾਂ ਦੇ ਐਡਵਾਈਜ਼ਰਸ ਨੇ ਜਿਹੜੇ ਫੇਸਬੁੱਕ ਤੇ ਸਾਰਾ ਦਿਨ ਲਿਖਦੇ ਰਹਿੰਦੇ ਨੇ, ਅਸਲ ਵਿੱਚ ਉਹ ਸਰਵਿਸ ਨਹੀਂ ਕਰ ਰਹੇ ਹੁਣ ਅੰਦੋਲਨ ਦੀ, ਉਹ ਡਿਸਸਰਵਿਸ ਕਰ ਰਹੇ ਨੇ ਅੰਦੋਲਨ ਦੀ। ਉਹ ਅੰਦੋਲਨ ਨੂੰ ਸੱਟ ਮਾਰ ਰਹੇ ਨੇ। ਆਪਸ ਵਿੱਚ ਲੜ ਰਹੇ ਹੋ ਤੁਸੀਂ, ਆਪਸ ਵਿੱਚ ਲੜ ਲੈਣਾ, ਜਦੋਂ ਪੰਜਾਬ ਵਾਪਸ ਆਓਗੇ ਜਿੱਤ ਕੇ ਆਪਸ ਵਿੱਚ ਲੜ ਲੈਣਾ। ਵੈਸੇ ਵੀ ਇਹ ਪੋਸਟਮਾਰਟਮ ਹੋਣੇ ਹੀ ਨੇ, ਕਿਹਦਾ ਕੀ ਰੋਲ ਰਿਹਾ। ਪਰ ਮੈਂ ਇਹ ਸਮਝਦਾ ਕਿ ਸਿਆਣਪ ਇਹਦੇ 'ਚ ਹੁੰਦੀ ਹੈ ਕਿ ਇਹ ਗੱਲਾਂ ਬਾਅਦ ਵਿੱਚ ਕਰੀਦੀਆਂ ਨੇ। ਪਹਿਲਾਂ ਆਪਣਾ ਜਿਹੜਾ ਜੰਗ ਹੈ, ਜਿਹੜੀ ਆਪਣੀ ਬੈਟਲ ਹੈ, ਉਹਨੂੰ ਜਿੱਤਣਾ ਸਾਡੇ ਲਈ ਫੋਰਮੋਸਟ ਜ਼ਰੂਰੀ ਹੋਣਾ ਚਾਹੀਦਾ। ਪਰ ਇਸ ਵੇਲੇ ਇਹ ਜੰਗ ਭੁੱਲ ਕੇ ਸਾਰਾ ਦਿਨ ਇਹਨਾਂ ਦੇ ਕੀ ਹੁੰਦਾ ਹੈ, ਇਹਨਾਂ ਦੀ ਫੇਸਬੁੱਕ ਦੇਖ ਲਓ, ਇਹਨਾਂ ਦੀਆਂ ਪ੍ਰੈਸ ਕਾਨਫਰੰਸਿਸ ਦੇਖ ਲਓ, ਇਹਨਾਂ ਦੀਆਂ ਸਟੇਜਾਂ ਦੇਖ ਲਓ। ਜਿਹੜਾ ਇਹਨਾਂ ਦਾ ਅਸਲ ਦੁਸ਼ਮਣ ਹੈ ਮੋਦੀ ਤੋਂ ਦੀ ਸਰਕਾਰ, ਉਹ ਇਹਨਾਂ ਨੂੰ ਭੁੱਲੇ ਪਏ ਨੇ, ਆਪਸ ਵਿੱਚ ਇੱਕ ਦੂਜੇ ਤੇ ਦੁਸ਼ਮਣਬਾਜ਼ੀ ਕਰ ਰਹੇ ਨੇ। ਸੋ ਇਸ ਕਰਕੇ ਇਹ ਸੋਚ ਲੈਣ ਕਿ ਅਸੀਂ ਅੰਦੋਲਨ ਨੂੰ ਸੱਟ ਮਾਰ ਰਹੇ ਹਾਂ, ਅਸੀਂ ਅੰਦੋਲਨ ਨੂੰ ਦਾ ਨੁਕਸਾਨ ਕਰ ਰਹੇ ਹਾਂ। ਸਾਡਾ ਜਿਹੜਾ ਦੁਸ਼ਮਣ ਹੈ ਉਹ ਹੈਪੀ ਹੈ। ਮੈਂ ਤਾਂ ਹੀ ਕਿਹਾ ਸੀਗਾ ਕਿ 25 ਰਾਤ ਤੋਂ ਲੈ ਕੇ ਹੁਣ ਤੱਕ ਦੀਆਂ ਸਾਰੀਆਂ ਘਟਨਾਵਾਂ ਨੂੰ ਜੋੜੋ, ਉਹਨੂੰ ਆਈਸੋਲੇਸ਼ਨ 'ਚ ਨਾ ਦੇਖੋ। 25 ਰਾਤ ਹੁਣ ਤੱਕ ਕੀ ਹੋ ਰਿਹਾ? ਅਸੀਂ ਡਿਫੈਂਸਿਵ ਤੇ ਚਲੇ ਗਏ ਹਾਂ, ਗਵਰਨਮੈਂਟ ਹਮਲਾਵਰ ਹੋ ਗਈ ਹੈ। ਹੁਣ ਤੇ ਗਵਰਨਮੈਂਟ ਦੀ ਇੰਨੀ ਹਿੰਮਤ ਪੈ ਗਈ ਕਿ ਉਹ ਆਪਣੇ ਪਹਾੜੇ ਦੇ ਟੱਟੂ ਤੇ BJP ਦੇ ਬੰਦੇ ਰਲਾ ਕੇ ਆ ਕੇ ਸਾਡੇ ਤੇ ਹਮਲਾ ਕਰਨ ਦੀ ਵੀ ਜੁਰਤ ਕਰ ਗਏ। ਇਹ ਜੁਰਤ ਤਾਂ ਹੋਈ ਹੈ ਕਿਉਂਕਿ ਅਸੀਂ ਆਪਸ ਵਿੱਚ ਲੜ ਪਏ ਹਾਂ। ਤੁਸੀਂ ਡਿਫੈਂਸਿਵ ਤੇ ਹਮਲਾਵਰ ਦੀ ਗੱਲ ਕੀਤੀ ਹੈ ਤੇ ਗੱਲ ਰੋਜ਼ੀ ਰੋਟੀ ਦੇ ਨਾਲ ਹੀ ਜੁੜੀ ਹੋਈ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਸਟੇਟਮੈਂਟ ਕਿਸਾਨੀ ਅੰਦੋਲਨ ਦੇ ਬਿਲਕੁਲ ਉਸ ਦੌਰ ਦੇ ਵਿੱਚ ਆਉਂਦੀ ਹੈ ਜਿਸ ਟਾਈਮ ਡਰਾਉਣ ਧਮਕਾਉਣ ਦੀਆਂ ਕੋਸ਼ਿਸ਼ਾਂ ਸਰਕਾਰ ਦੇ ਵੱਲੋਂ ਲਗਾਤਾਰ ਜਾਰੀ ਨੇ, ਕਿਸਾਨੀ ਅੰਦੋਲਨ ਤੇ ਪ੍ਰਭਾਵ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ। ਨਿਤਿਸ਼ ਕੁਮਾਰ ਕਹਿੰਦੇ ਨੇ ਕਿ ਜਿਹੜਾ ਵੀ ਬੰਦਾ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰੇਗਾ ਉਸਨੂੰ ਬਿਹਾਰ ਦੇ ਵਿੱਚ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਵੇਗੀ। ਅਨਡੈਮੋਕ੍ਰੈਟਿਕ ਸਟੇਟਮੈਂਟ ਹੈ ਇੱਕ CM ਦੀ। ਔਰ ਦੇਖੋ ਇਸ ਸਟੇਟਮੈਂਟ ਦਾ ਭਾਵ ਇਹ ਹੈ ਕਿ ਇੰਡੀਆ ਦੇ ਵਿੱਚ ਡੈਮੋਕ੍ਰੇਸੀ ਮਨਫੀ ਮਾਈਨਸ ਹੋ ਗਈ। ਜੇ ਪ੍ਰੋਟੈਸਟ ਦਾ ਰਾਈਟ ਨਹੀਂ ਹੈ, ਦੈਟ ਮੀਨਸ ਦਿਸ ਸਟੇਟ, ਦਿਸ ਕੰਟਰੀ ਇਜ਼ ਨੋ ਲੋਂਗਰ ਅ ਡੈਮੋਕ੍ਰੈਟਿਕ ਸਟੇਟ। ਬਹੁਤ ਬਹੁਤ ਸ਼ੁਕਰੀਆ ਸਰ ਸਾਡੇ ਨਾਲ ਜੁੜਨ ਲਈ। ਇਹ ਸਨ ਸਾਡੇ ਨਾਲ ਕਮਰਪਾਲ ਸਿੰਘ ਬਿੱਟੂ, ਦਲ ਖਾਲਸਾ ਦੇ ਬੁਲਾਰੇ, ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ 26 ਜਨਵਰੀ ਦੇ ਘਟਨਾਕ੍ਰਮ ਨੂੰ ਹੀ ਨਹੀਂ ਬਲਕਿ 25 ਜਨਵਰੀ ਦੀ ਰਾਤ ਨੂੰ ਜੋ ਦਰਾਰ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਸਰਕਾਰ ਦੇ ਵੱਲੋਂ ਕੀਤੀਆਂ ਗਈਆਂ ਬਾਖੂਬੀ ਬਿਆਨ ਕੀਤਾ ਹੈ। ਤਮਾਮ ਉਹਨਾਂ ਰਾਜਾਂ ਤੋਂ ਪਰਦਾ ਚੁੱਕਿਆ ਜੋ ਸਰਕਾਰ ਦੀ ਨੀਤੀ ਦੇ ਦੁਆਰਾ ਘੜੇ ਗਏ ਸਨ। ਫਿਰ ਹਾਜ਼ਰ ਹੋਵਾਂਗੇ ਪ੍ਰੋਗਰਾਮ ਦੇ ਵਿੱਚ। ਤੁਸੀਂ ਵੇਖਦੇ ਰਹੋ ਪੰਜਾਬ ਸਟਾਰ TV। ਧੰਨਵਾਦ।